नमस्कार प्यारे विद्यार्थियों। मैं हूं संजीव शर्मा, साइंस मास्टर, सरकारी मिडिल स्कूल फंगतोली, ਜ਼ਿਲ੍ਹਾ ਪਠਾਨਕੋਟ ਤੋਂ। ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ। ਅੱਜ ਦਾ ਵੀਡੀਓ ਲੈਕਚਰ ਸੰਬੰਧਿਤ ਹੈ ਜਮਾਤ 10ਵੀਂ ਦੇ ਅਧਿਆਇ 10 ਦੇ ਨਾਲ। ਇਸ ਦਾ ਨਾਮ ਹੈ ਪ੍ਰਕਾਸ਼, ਪਰਾਵਰਤਨ ਅਤੇ ਅਪਵਰਤਨ। ਪਾਠ ਦੇ ਮੁੱਖ ਉਦੇਸ਼। ਪਿਆਰੇ ਵਿਦਿਆਰਥੀਓ, ਇਸ ਲੈਕਚਰ ਦੇ ਮੁੱਖ ਉਦੇਸ਼ ਹਨ ਕਿ ਦਰਪਣਾਂ ਸੰਬੰਧੀ ਜਾਣਕਾਰੀ, ਅਵਤਲ ਦਰਪਣ ਦੇ ਪ੍ਰਤੀਬਿੰਬ, ਭਾਵ ਵਸਤੂ ਕਿੱਥੇ ਰੱਖੀ ਜਾਂਦੀ ਹੈ ਤੇ ਉਸ ਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ, ਅਤੇ ਉਸ ਨਾਲ ਸੰਬੰਧਿਤ ਰੇਖਾ ਚਿੱਤਰ। ਫਿਰ ਉਹਨਾਂ ਰੇਖਾ ਚਿੱਤਰਾਂ ਨੂੰ ਜਾਂ ਰੇ ਡਾਇਗਰਾਮਸ ਨੂੰ ਬਣਾਉਣ ਸੰਬੰਧੀ ਕੁਝ ਸਾਵਧਾਨੀਆਂ ਜਿਨ੍ਹਾਂ ਦਾ ਅਸੀਂ ਪਾਲਣ ਕਰਨਾ ਹੈ। ਅਸੀਂ ਜਾਣਦੇ ਹਾਂ ਕਿ ਦਰਪਣ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਸਮਤਲ ਦਰਪਣ ਤੇ ਦੂਸਰੇ ਗੋਲਾਕਾਰ ਦਰਪਣ। ਅੱਜ ਅਸੀਂ ਗੋਲਾਕਾਰ ਦਰਪਣਾਂ ਬਾਰੇ ਹੀ ਗੱਲ ਕਰਾਂਗੇ। ਗੋਲਾਕਾਰ ਦਰਪਣ ਕਿਸੇ ਖੋਖਲੇ ਗੋਲੇ ਦਾ ਹਿੱਸਾ ਹੁੰਦੇ ਹਨ। ਜਿਵੇਂ ਕਿ ਮੰਨ ਲਓ ਮੇਰੇ ਕੋਲ ਇਹ ਇੱਕ ਗੇਂਦ ਹੈ ਤੇ ਜੇ ਇਸ ਨੂੰ ਮੈਂ ਵਿਚਕਾਰ ਤੋਂ ਕੱਟ ਕੇ ਦੋ ਹਿੱਸੇ ਕਰ ਦਿਆਂ ਤਾਂ ਇਹ ਇੱਕ ਤਰ੍ਹਾਂ ਗੋਲਾਕਾਰ ਦਰਪਣ ਦਾ ਹੀ ਰੂਪ ਲੈ ਲੈਂਦੇ ਹਨ। ਗੋਲਾਕਾਰ ਦਰਪਣ ਵੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਉੱਤਲ ਦਰਪਣ ਅਤੇ ਇੱਕ ਅਵਤਲ ਦਰਪਣ। ਜਦੋਂ ਅਸੀਂ ਇਸ ਗੇਂਦ ਨੂੰ ਵਿਚਕਾਰ ਤੋਂ ਕੱਟਿਆ ਤਾਂ ਇਹ ਦੋ ਹਿੱਸਿਆਂ 'ਚ ਵੰਡੀ ਗਈ ਅਤੇ ਇਹ ਹਿੱਸਾ ਵੀ ਇੱਕ ਤਰ੍ਹਾਂ ਉੱਤਲ ਦਰਪਣ ਜਾਂ ਅਵਤਲ ਦਰਪਣ ਦਾ ਉਦਾਹਰਣ ਹੋ ਸਕਦਾ ਹੈ। ਉਭਰਿਆ ਹੋਇਆ ਹਿੱਸਾ ਉੱਤਲ ਦਰਪਣ ਦਾ ਉਦਾਹਰਣ ਹੈ ਅਤੇ ਵਿਚਕਾਰ ਤੋਂ ਬੈਠਿਆ ਹੋਇਆ ਹਿੱਸਾ ਅਵਤਲ ਦਰਪਣ ਦਾ ਉਦਾਹਰਣ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ, ਜੇ ਪ੍ਰਕਾਸ਼ ਦਾ ਪਰਾਵਰਤਨ ਉਭਰੀ ਹੋਈ ਸਤ੍ਹਾ ਤੋਂ ਹੁੰਦਾ ਹੈ ਤਾਂ ਉਹ ਦਰਪਣ ਉੱਤਲ ਦਰਪਣ ਹੁੰਦਾ ਹੈ, ਤੇ ਜੇ ਪ੍ਰਕਾਸ਼ ਦਾ ਪਰਾਵਰਤਨ ਡੂੰਘੀ ਸਤ੍ਹਾ ਤੋਂ ਹੁੰਦਾ ਹੈ ਤਾਂ ਉਹ ਦਰਪਣ ਅਵਤਲ ਦਰਪਣ ਹੁੰਦਾ ਹੈ। ਜੇ ਅਸੀਂ ਕਾਗਜ਼ ਦੇ ਉੱਪਰ ਦੇਖੀਏ ਤਾਂ ਉੱਤਲ ਦਰਪਣ ਸਾਨੂੰ ਸਾਹਮਣੇ ਤੋਂ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਭਾਵ ਉਭਰਿਆ ਹੋਇਆ। ਅਸੀਂ ਇਸ ਤਰ੍ਹਾਂ ਵੀ ਇਸ ਨੂੰ ਦਰਸਾ ਸਕਦੇ ਹਾਂ। ਅਵਤਲ ਦਰਪਣ ਸਾਨੂੰ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਭਾਵ ਵਿਚਕਾਰ ਤੋਂ ਬੈਠਿਆ ਹੋਇਆ, ਤੇ ਅਸੀਂ ਇਹਨੂੰ ਇਸ ਤਰ੍ਹਾਂ ਵੀ ਦਰਸਾ ਸਕਦੇ ਹਾਂ। ਉੱਤਲ ਦਰਪਣ ਦੇ ਵਿੱਚ ਪ੍ਰਕਾਸ਼ ਦਾ ਪਰਾਵਰਤਨ ਇਸ ਸਤ੍ਹਾ ਤੋਂ ਹੁੰਦਾ ਹੈ, ਅਵਤਲ ਦਰਪਣ ਦੇ ਵਿੱਚ ਪ੍ਰਕਾਸ਼ ਦਾ ਪਰਾਵਰਤਨ ਇਸ ਸਤ੍ਹਾ ਤੋਂ ਹੁੰਦਾ ਹੈ। ਹਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲੇ ਅਸੀਂ ਅਵਤਲ ਦਰਪਣ ਦੇ ਉੱਤੇ ਰੇਖਾ ਚਿੱਤਰ ਬਣਾਉਣੇ ਸਿੱਖਾਂਗੇ। ਰੇਖਾ ਚਿੱਤਰ ਮਤਲਬ ਕੀ ਹੋਇਆ? ਰੇ ਡਾਇਗਰਾਮਸ। ਇਹ ਰੇ ਡਾਇਗਰਾਮ ਅਲੱਗ-ਅਲੱਗ ਪੁਸਤਕਾਂ ਦੇ ਵਿੱਚ ਅਲੱਗ-ਅਲੱਗ ਹੁੰਦੇ ਹਨ। ਤੇ ਚਲੋ ਅਸੀਂ ਸਿੱਖਦੇ ਹਾਂ ਕਿ ਰੇ ਡਾਇਗਰਾਮ ਕਿਵੇਂ ਬਣਾਏ ਜਾਂਦੇ ਹਨ। ਪਿਆਰੇ ਵਿਦਿਆਰਥੀਓ, ਰੇਖਾ ਚਿੱਤਰ ਜਾਂ ਰੇ ਡਾਇਗਰਾਮ ਬਣਾਉਣ ਤੋਂ ਪਹਿਲਾਂ ਮੈਂ ਸੋਚਿਆ ਕਿ ਤੁਹਾਡੇ ਨਾਲ ਇੱਕ ਮਹੱਤਵਪੂਰਨ ਗੱਲ ਕਰ ਲਈ ਜਾਵੇ। ਮੈਂ ਆਮ ਤੌਰ ਤੇ ਦੇਖਿਆ ਕਿ ਬੱਚੇ ਰੱਟਾ ਲਗਾਉਂਦੇ ਹਨ ਇਸ ਨੂੰ, ਕਿ ਪ੍ਰਤੀਬਿੰਬ ਦੀਆਂ ਕਿੰਨੀਆਂ ਸਥਿਤੀਆਂ ਹੋ ਸਕਦੀਆਂ ਹਨ ਤੇ ਵਸਤੂ ਦੀਆਂ ਕਿੰਨੀਆਂ ਸਥਿਤੀਆਂ ਹੋ ਸਕਦੀਆਂ ਹਨ। ਇਸ ਨੂੰ ਕੋਈ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਸਮਝ ਲਓ ਜਰਾ। ਇਹ ਸੀ ਕੀ ਹੈ? ਸੈਂਟਰ ਆਫ ਕਰਵੇਚਰ। ਪੀ ਪੋਲ ਆ ਗਿਆ। ਐਫ ਕੀ ਆ ਗਿਆ? ਫੋਕਸ। ਬਸ ਇਹਨਾਂ ਦੇ ਹਿਸਾਬ ਦੇ ਨਾਲ ਹੀ ਵਸਤੂ ਦੀਆਂ ਸਥਿਤੀਆਂ ਹੁੰਦੀਆਂ। ਇੱਕ ਸਥਿਤੀ ਹੋ ਸਕਦੀ ਹੈ ਕਿ ਅਨੰਤ ਦੇ ਉੱਤੇ। ਕਿਹੜੀ ਹੋ ਸਕਦੀ ਹੈ? ਅਨੰਤ ਦੇ ਉੱਤੇ। ਮੈਨੂੰ ਲੱਗਦਾ ਕਿ ਲਿਖਣ ਦੀ ਵੀ ਜ਼ਰੂਰਤ ਨਹੀਂ ਹੈ, ਤੁਹਾਨੂੰ ਯਾਦ ਹੀ ਰਹੇਗਾ। ਇੱਕ ਸਥਿਤੀ ਹੋ ਸਕਦੀ ਹੈ ਅਨੰਤ ਦੇ ਉੱਤੇ। ਦੂਸਰੀ ਹੋ ਸਕਦੀ ਹੈ ਕਿ ਵਸਤੂ ਸੀ ਤੋਂ ਪਿੱਛੇ ਪਈ ਹੋਵੇ। ਇਹ ਦੂਸਰੀ ਸਥਿਤੀ ਹੋ ਗਈ। ਹੁਣ ਜੇ ਮੈਂ ਅੱਗੇ ਵੱਲ ਵਧਾਂ ਤਾਂ ਤੀਸਰੀ ਸਥਿਤੀ ਆ ਗਈ ਸੀ ਬਿੰਦੂ ਹੈ, ਤਾਂ ਵਸਤੂ ਸੀ ਬਿੰਦੂ ਤੇ ਹੋ ਸਕਦੀ ਹੈ। ਚੌਥੀ ਆ ਗਈ ਕਿ ਸੀ ਔਰ ਐਫ ਦੇ ਕਿਤੇ ਵੀ ਵਿਚਕਾਰ ਹੋ ਸਕਦੀ ਹੈ। ਅਸੀਂ ਕਿਸੇ ਵੀ ਚੀਜ਼ ਨੂੰ ਰੱਖਣਾ ਹੋਵੇ ਤਾਂ ਇੱਦਾਂ ਰੱਖ ਸਕਦੇ ਆ ਨਾ, ਕਿ ਸੀ ਤੋਂ ਇਹ ਬਹੁਤ ਪਿੱਛੇ ਰੱਖਤੀ, ਉਹ ਮਤਲਬ ਅਨੰਤ ਹੋ ਗਿਆ। ਫਿਰ ਸੀ ਤੋਂ ਥੋੜਾ ਜਿਹਾ ਪਿੱਛੇ ਰੱਖਤੀ, ਇੱਕ ਦੂਸਰੀ ਸਥਿਤੀ ਹੋ ਗਈ। ਫਿਰ ਆ ਗਿਆ ਕਿ ਮੈਂ ਸੀ ਦੇ ਉੱਤੇ ਹੀ ਕੋਈ ਚੀਜ਼ ਰੱਖਤੀ ਲਿਆ ਕੇ, ਇਹ ਮੇਰੇ ਪ੍ਰਤੀਬਿੰਬ ਦੀ ਵਸਤੂ ਦੀ ਤੀਸਰੀ ਸਥਿਤੀ ਹੋ ਗਈ।
ਫਿਰ ਮੈਂ ਵਸਤੂ ਲਿਆਂਦੀ ਚੁੱਕ ਕੇ ਤੇ ਸੀ ਔਰ ਐਫ ਦੇ ਵਿਚਕਾਰ ਰੱਖਤੀ। ਹੁਣ ਅਗਲੀ ਸਥਿਤੀ ਕਿਹੜੀ ਆਏਗੀ? ਐਫ ਆ ਗਿਆ। ਇਹ ਪੰਜਵੀਂ ਸਥਿਤੀ ਆ ਗਈ ਸਾਡੀ ਕਿ ਮੈਂ ਵਸਤੂ ਚੁੱਕੀ ਐਫ ਦੇ ਉੱਤੇ ਰੱਖ ਦਿੱਤੀ। ਹੁਣ ਅੰਤਿਮ ਸਥਿਤੀ ਆ ਗਈ। ਇਸ ਤੋਂ ਬਾਅਦ ਤਾਂ ਅਗਲੀ ਕੋਈ ਸਥਿਤੀ ਹੈ ਹੀ ਨਹੀਂ, ਕਿਉਂਕਿ ਅਸੀਂ ਤਾਂ ਦਰਪਣ ਤੋਂ ਖੱਬੇ ਪਾਸੇ ਹੀ ਰੱਖਣਾ ਸਾਰਾ ਕੁਝ। ਤਾਂ ਲਾਸਟ ਸਥਿਤੀ ਕੀ ਆ ਗਈ? ਐਫ ਔਰ ਪੀ ਦੇ ਵਿਚਕਾਰ, ਕਿ ਵਸਤੂ ਨੂੰ ਐਫ ਔਰ ਪੀ ਦੇ ਵਿਚਕਾਰ ਕਿਤੇ ਵੀ ਰੱਖ ਦਿਓ। ਤਾਂ ਸਾਨੂੰ ਅਗਰ ਸਮਝਣਾ ਹੋਵੇ ਤਾਂ ਸਮਝਣ ਦੀ ਜ਼ਰੂਰਤ ਇੰਨੀ ਹੈ ਕਿ 3 ਬਿੰਦੂਆਂ ਦੀ ਸਮਝ ਹੋਵੇ, ਸੀ, ਐਫ ਤੇ ਪੀ ਦੀ। ਬਾਕੀ ਸਾਡਾ ਆਪਣਾ ਦਿਮਾਗ ਹੈ, ਆਪਣੀ ਸੋਚ ਹੈ। ਅਸੀਂ ਆਪੇ ਸਮਝ ਸਕਦੇ ਹਾਂ ਕਿ ਇੱਕ ਵਸਤੂ ਬਹੁਤ ਦੂਰ ਹੋ ਸਕਦੀ ਹੈ ਅਨੰਤ ਤੇ, ਦੂਸਰੀ ਸੀ ਤੋਂ ਥੋੜੀ ਜਿਹੀ ਪਿੱਛੇ ਹੋ ਸਕਦੀ ਹੈ, ਦੂਸਰੀ ਸਥਿਤੀ ਹੋ ਗਈ। ਤੀਸਰੀ ਸੀ ਦੇ ਉੱਤੇ ਹੋ ਸਕਦੀ ਹੈ, ਤੀਸਰੀ ਸਥਿਤੀ ਹੋ ਗਈ। ਫਿਰ ਚੌਥੀ ਆ ਗਈ ਸੀ ਔਰ ਐਫ ਦੇ ਵਿਚਕਾਰ ਰੱਖ ਸਕਦੇ ਹਾਂ। ਇਹ ਤਾਂ ਤੁਸੀਂ ਆਪਣੇ ਆਪ ਵੀ ਪ੍ਰੈਕਟੀਕਲ ਫਰਸ਼ ਦੇ ਉੱਤੇ ਲਾਈਨਾਂ ਖਿੱਚ ਕੇ ਵੀ ਤਾਂ ਕਰ ਸਕਦੇ ਹੋ। ਯਾਦ ਰੱਖਣ ਦੀ ਜਾਂ ਰੱਟਾ ਲਗਾਉਣ ਦੀ ਜ਼ਰੂਰਤ ਕੀ ਹੈ? ਸਮਝੋ ਇਹਨੂੰ ਚੀਜ਼ ਨੂੰ। ਐਫ ਦੇ ਉੱਤੇ ਰੱਖ ਸਕਦੇ ਹਾਂ ਔਰ ਲਾਸਟ ਸਥਿਤੀ ਆ ਗਈ ਸਾਡੀ ਐਫ ਔਰ ਪੀ ਦੇ ਵਿਚਕਾਰ ਦੀ। ਤੇ ਜੇ ਸਥਿਤੀਆਂ 5 ਵਸਤੂਆਂ ਦੀਆਂ 6 ਵਸਤੂਆਂ ਦੀਆਂ ਸਥਿਤੀਆਂ ਤਾਂ ਉਸੇ ਤਰ੍ਹਾਂ 6 ਸਥਿਤੀਆਂ ਕੀ ਹੋਣਗੀਆਂ? ਪ੍ਰਤੀਬਿੰਬ ਦੀਆਂ ਵੀ। ਸੋ ਇਸ ਚੀਜ਼ ਨੂੰ ਸਮਝੋ, ਨਾ ਕਿ ਰੱਟਾ ਲਗਾਓ। ਵਿਦਿਆਰਥੀਓ, ਇਹ ਜੋ ਕਰਵ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹ ਸਾਡੇ ਲਈ ਇੱਕ ਅਵਤਲ ਦਰਪਣ ਹੈ। ਇਸ ਦੇ ਵਿੱਚ ਪ੍ਰਕਾਸ਼ ਦਾ ਪਰਿਵਰਤਨ ਇਸ ਸਤ੍ਹਾ ਤੋਂ ਹੋਏਗਾ, ਅੰਦਰਲੀ ਸਤ੍ਹਾ ਤੋਂ। ਹੁਣ ਅਸੀਂ ਇਹਦੇ ਉੱਤੇ ਹੀ ਰੇ ਡਾਇਗਰਾਮ ਬਣਾਉਣੀ ਹੈ। ਪਰ ਮੇਰਾ ਇੱਕ ਛੋਟਾ ਜਿਹਾ ਸੁਝਾਅ ਹੈ। ਕਈ ਵਾਰ ਅਸੀਂ ਦੇਖਿਆ ਹੈ ਕਿ ਵਿਦਿਆਰਥੀ ਗਲਤੀ ਕਰਦੇ ਹਨ। ਸੋ ਰੇ ਡਾਇਗਰਾਮ ਬਣਾਉਣ ਦੇ ਲਈ ਹਰ ਤਰ੍ਹਾਂ ਦਾ ਮੇਜਰਮੈਂਟ ਜਿਹੜੀ ਹੈ ਜਾਂ ਨਾਪ ਹੈ ਉਹ ਬਿਲਕੁਲ ਠੀਕ ਹੋਣਾ ਚਾਹੀਦਾ ਹੈ। ਅਤੇ ਇਸ ਲਈ ਮੇਰਾ ਸੁਝਾਅ ਹੈ ਕਿ ਤੁਸੀਂ ਕੀ ਕਰਨਾ ਹੈ ਕਿ ਪ੍ਰਕਾਰ ਲੈਣੀ ਹੈ। ਪ੍ਰਕਾਰ ਪੈਨਸਲ ਔਰ ਫੁੱਟਾ ਤਿੰਨੋਂ ਦਾ ਵਰਤੋਂ ਕਰਨੀ ਹੈ। ਇਹਦੇ ਵਿੱਚ ਪ੍ਰਕਾਰ ਲੈਣੀ ਹੈ, ਉਸ ਦੇ ਨਾਲ ਇਹ ਜਿਹੜੀ ਕਰਵ ਲਗਾਉਣੀ ਹੈ ਅਵਤਲ ਦਰਪਣ ਦੇ ਲਈ, ਉਹ ਲਗਭਗ 6 ਸੈਂਟੀਮੀਟਰ ਜਾਂ 5 ਸੈਂਟੀਮੀਟਰ ਦੀ ਲਗਾ ਲੈਣੀ ਹੈ। ਹੁਣ ਜਾਣਦੇ ਹਾਂ ਕਿ ਇਹ ਸੀ ਜਿਹੜਾ ਹੈ, ਇਸ ਜਗ੍ਹਾ ਦੇ ਉੱਤੇ ਅਸੀਂ ਕੀ ਰੱਖਿਆ ਸੀ? ਪ੍ਰਕਾਰ ਦੀ ਸੂਈ, ਜਾਂ ਇੱਦਾਂ ਕਹਿ ਲਓ ਕਿ ਜਿੱਥੇ ਪ੍ਰਕਾਰ ਦੀ ਸੂਈ ਰੱਖੀ ਸੀ ਉਹਨੂੰ ਅਸੀਂ ਸੀ ਮੰਨ ਲੈਣਾ। ਇਹ ਸਾਡਾ ਪੀ ਹੈ, ਇਹ ਸਾਡਾ ਅਵਤਲ ਦਰਪਣ ਬਣਿਆ ਹੋਇਆ। ਸੋ ਸੀ ਔਰ ਪੀ ਦੇ ਵਿਚਕਾਰ ਦੂਰੀ ਕਿੰਨੀ ਸੀਗੀ? ਮੰਨ ਲਓ ਮੈਂ 6 ਸੈਂਟੀਮੀਟਰ ਦਾ ਚੱਕਰ ਲਗਾਇਆ ਤਾਂ ਇਹ ਦੂਰੀ ਸੀਗੀ 6 ਸੈਂਟੀਮੀਟਰ ਦੀ। ਹੁਣ ਸੀ ਔਰ ਪੀ ਦੇ ਬਿਲਕੁਲ ਵਿਚਕਾਰ ਮੈਂ ਨਾਪ ਕੇ ਅੱਧ ਵਿਚਕਾਰ 'ਚ ਬਿਲਕੁਲ ਮੰਨ ਲਓ 6 ਸੈਂਟੀਮੀਟਰ ਸੀਗਾ ਤਾਂ ਕਿੰਨਾ ਹੋ ਗਿਆ ਉਹਦਾ? 3 ਸੈਂਟੀਮੀਟਰ। ਉਸ 3 ਸੈਂਟੀਮੀਟਰ ਦੇ ਉੱਤੇ ਐਫ ਲਿਖ ਦੇਣਾ ਹੈ। ਇਹ ਹੋਏਗਾ ਫੋਕਸ। ਯਾਦ ਰੱਖਣਾ ਕਿ ਛੋਟੇ ਦੁਆਰਕ ਵਾਲੇ ਜਾਂ ਅਪਰਚਰ ਵਾਲੇ ਦਰਪਣਾਂ ਲਈ ਇਹ ਜਿਹੜਾ ਐਫ ਹੈ ਇਹ ਸੀ ਔਰ ਪੀ ਦੇ ਬਿਲਕੁਲ ਵਿਚਕਾਰ ਜਿਹਾ ਹੁੰਦਾ ਹੈ। ਜੇ ਅਸੀਂ ਇਹਨਾਂ ਦੂਰੀਆਂ ਨੂੰ ਬਿਨਾਂ ਨਾਪਿਆਂ ਹੀ ਲੈ ਲਾਂਗੇ, ਮੰਨਿਆ ਕਿ ਕੜਾ ਵਰਤ ਲਿਆ, ਉਸ ਤੋਂ ਬਾਅਦ ਇੱਥੇ 6 ਸੈਂਟੀਮੀਟਰ ਦੀ ਦੂਰੀ 'ਤੇ ਰੱਖ ਲਿਆ ਅਤੇ ਫਿਰ ਅਸੀਂ ਆਪਣੇ ਰੇ ਡਾਇਗਰਾਮ ਬਣਾਉਣ ਲੱਗੇ ਤਾਂ ਹੋ ਸਕਦਾ ਗਲਤ ਬਣ ਜਾਣ। ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਿਸ ਕੜੇ ਨਾਲ ਜਾਂ ਚੂੜੀ ਨਾਲ ਤੁਸੀਂ ਉਹ ਕਰਵ ਬਣਾਈ ਸੀਗੀ ਅਤੇ ਜਿੱਥੇ ਇਹ ਸੀ ਲਿਖਿਆ ਉਹ ਸੀ ਸੱਚੀ ਹੀ ਉਸ ਦਾ ਹੀ ਰੇਡੀਅਸ ਹੈ ਜਾਂ ਅਰਧ ਵਿਆਸ ਹੈ। ਇਸ ਲਈ ਨਾਪਣਾ ਬਹੁਤ ਜ਼ਰੂਰੀ ਹੈ। ਦੁਹਰਾ ਰਿਹਾ ਮੈਂ ਕਿ ਇਹ ਸਰਕਲ ਦੀ ਆਰਕ ਹੈ, ਪ੍ਰਕਾਰ ਖੋਲ੍ਹਣੀ ਹੈ, ਉਸ ਨਾਲ ਇਹ ਆਰਕ ਲਗਾਉਣੀ ਹੈ। ਮੰਨ ਲਓ 6 ਸੈਂਟੀਮੀਟਰ 'ਤੇ ਲਗਾਈ, ਜਿੱਥੇ ਸੂਈ ਰੱਖੀ ਉੱਥੇ ਸੀ ਲਿਖਤਾ, ਉਹ ਹੋ ਗਿਆ ਵਕਰਤਾ ਅਰਧ ਵਿਆਸ ਜਾਂ ਸੈਂਟਰ ਆਫ ਕਰਵੇਚਰ। ਫਿਰ ਕਿਉਂਕਿ ਇਹ ਦੂਰੀ ਅਰਧ ਵਿਆਸ ਸੀਗੀ ਅਤੇ ਇਹ 6 ਸੈਂਟੀਮੀਟਰ ਹੈ ਤਾਂ ਉਸ ਦਾ ਅੱਧ ਕੱਢ ਲੈਣਾ 3 ਸੈਂਟੀਮੀਟਰ। ਉੱਥੇ ਫਿਰ ਅਸੀਂ ਕੀ ਲਿਖ ਦੇਣਾ? ਐਫ। ਜੇ ਇਸ ਤਰ੍ਹਾਂ ਕਰੋਗੇ ਤਾਂ ਰੇ ਡਾਇਗਰਾਮ ਸਾਡੀ ਬਿਲਕੁਲ ਠੀਕ ਬਣੇਗੀ। ਤਾਂ ਚਲੋ ਵਿਦਿਆਰਥੀਓ, ਪਹਿਲੀ ਰੇ ਡਾਇਗਰਾਮ ਜਾਂ ਰੇਖਾ ਚਿੱਤਰ ਡਰਾ ਕਰਦੇ ਹਾਂ। ਪਰ ਚਲੋ ਇੱਕ ਵਾਰ ਫਿਰ ਦੁਹਰਾ ਲਈਏ ਕਿ ਕਿਰਨਾਂ ਦੇ ਬਾਰੇ, ਕਿ ਰੇਖਾਵਾਂ ਹੁੰਦੀਆਂ ਕਿਸ ਤਰ੍ਹਾਂ ਦੀਆਂ ਹਨ। ਸਭ ਤੋਂ ਪਹਿਲੀ ਹੈ, ਆਪਾਂ ਸਿੰਪਲ ਤੋਂ ਸਿੰਪਲ ਚੀਜ਼ ਯਾਦ ਰੱਖਣੀ ਹੈ। ਕਿਤਾਬਾਂ ਦੇ ਵਿੱਚ ਬਹੁਤ ਲੰਬੀ ਪਰਿਭਾਸ਼ਾ ਦਿੱਤੀ ਹੋਈ ਹੈ, ਉਹਨੂੰ ਯਾਦ ਨਹੀਂ ਰੱਖਣਾ। ਛੋਟੇ ਤੋਂ ਛੋਟੀ ਜਿਹੀ ਗੱਲ ਯਾਦ ਰੱਖਣੀ ਹੈ। ਅਸੀਂ ਕੀ ਯਾਦ ਰੱਖਣਾ ਹੈ ਕਿ ਜੇ ਇੱਥੋਂ ਇੱਕ ਕਿਰਨ ਚਲਦੀ ਹੈ
ਔਰ ਉਹ ਪੈਰਲਲ ਕਿਹਦੇ ਹੈ, ਪ੍ਰਿੰਸੀਪਲ ਐਕਸਿਸ ਦੇ, ਤਾਂ ਉਹ ਦਰਪਣ ਦੇ ਉੱਤੇ ਟਕਰਾਉਣ ਤੋਂ ਬਾਅਦ ਐਫ ਦੇ ਵਿੱਚੋਂ ਵਾਪਸ ਆਏਗੀ। ਤਾਂ ਇੰਨੀ ਲੰਬੀ ਗੱਲ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ ਕਿ ਜੀ ਕੋਈ ਕਿਰਨ ਚੱਲਦੀ ਹੈ ਔਰ ਅਗਰ ਉਹ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੈ ਤਾਂ ਟਕਰਾਉਣ ਤੋਂ ਬਾਅਦ ਵਾਪਸ ਆਉਂਦੀ ਹੈ ਤਾਂ ਐਫ ਦੇ ਵਿੱਚੋਂ ਨਿਕਲਦੀ ਹੈ। ਇੰਨਾ ਲੰਬਾ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਬੜਾ ਸਿੰਪਲ ਜਿਹਾ ਯਾਦ ਰੱਖਣਾ ਹੈ। ਅਸੀਂ ਕੀ ਯਾਦ ਰੱਖਣਾ ਹੈ? ਪੈਰਲਲ ਐਫ, ਕਿ ਪੈਰਲਲ ਕਿਹਦੇ ਹੈ, ਪ੍ਰਿੰਸੀਪਲ ਐਕਸਿਸ ਦੇ, ਨਿਕਲੇਗੀ ਕਿੱਥੋਂ, ਐਫ ਤੋਂ। ਦੂਜੀ ਰੇ ਸਾਡੀ ਕੀ ਹੋ ਸਕਦੀ ਹੈ, ਐਫ ਚੋਂ ਨਿਕਲੀ ਤੇ ਪੈਰਲਲ ਹੋ ਗਈ ਕਿਹਦੇ, ਪ੍ਰਿੰਸੀਪਲ ਐਕਸਿਸ ਦੇ। ਇਹਨੂੰ ਵੀ ਬੜਾ ਸਿੰਪਲ ਹੈ ਯਾਦ ਰੱਖਣਾ, ਐਫ ਪੈਰਲਲ, ਐਫ ਤੋਂ ਨਿਕਲੀ ਪ੍ਰਿੰਸੀਪਲ ਐਕਸਿਸ ਦੇ ਪੈਰਲਲ। ਤੀਸਰੀ ਕਿਰਨ ਕਿਹੜੀ ਹੋ ਸਕਦੀ ਹੈ ਕਿ ਸੀ ਚੋਂ ਨਿਕਲੀ ਇਸ ਤਰ੍ਹਾਂ, ਫਿਰ ਇੱਥੇ ਟਕਰਾਉਣ ਤੋਂ ਬਾਅਦ ਸੀ ਦੇ ਵਿੱਚੋਂ ਹੀ ਵਾਪਸ ਚਲੀ ਗਈ, ਇਹ ਤੀਸਰੀ ਕਿਰਨ ਹੋ ਗਈ। ਚੌਥੀ ਕੀ ਹੋ ਸਕਦੀ ਹੈ ਕਿ ਕਿਰਨ ਇੱਥੋਂ ਚੱਲੀ, ਪੀ ਦੇ ਉੱਤੇ ਟਕਰਾਈ। ਹੁਣ ਨਿਯਮ ਯਾਦ ਕਰ ਲੈਣੇ, ਐਂਗਲ ਆਈ ਕਿਹਦੇ ਬਰਾਬਰ ਹੁੰਦਾ, ਐਂਗਲ ਆਰ ਦੇ। ਤੇ ਜੇ ਇਹ 60 ਡਿਗਰੀ ਦਾ ਹੋਏਗਾ ਤੇ ਵਾਪਸ ਵੀ ਕਿੰਨੇ ਤੇ ਜਾਏਗੀ, 60 ਡਿਗਰੀ ਤੇ। ਸੋ ਵਿਦਿਆਰਥੀਓ, ਇਹ 4 ਕਿਰਨਾਂ ਸਾਡੀਆਂ ਜਿਹੜੀਆਂ ਛੋਟੀ ਜਿਹੀ ਦੁਹਰਾਈ ਅਸੀਂ ਕੀਤੀ ਹੈ। ਇਹਨਾਂ ਵਿੱਚੋਂ ਕੋਈ ਵੀ 2 ਕਿਰਨਾਂ ਵਰਤ ਲਓ ਤੇ ਤੁਹਾਡੀ ਰੇ ਡਾਇਗਰਾਮ ਬਣ ਜਾਏਗੀ। ਹੁਣ ਸਭ ਤੋਂ ਪਹਿਲੇ ਅਸੀਂ ਕਰਾਂਗੇ ਅਨੰਤ ਦੇ ਉੱਤੇ। ਸੋ ਵਿਦਿਆਰਥੀਓ, ਯਾਦ ਰੱਖਣਾ, ਜਦੋਂ ਅਨੰਤ ਦੇ ਉੱਤੇ ਕੋਈ ਵਸਤੂ ਪਈ ਹੁੰਦੀ ਹੈ ਤਾਂ ਉਸ ਦੀਆਂ ਕਿਰਨਾਂ ਪਹਿਲਾਂ ਹੀ ਪੈਰਲਲ ਹੋ ਜਾਂਦੀਆਂ ਜਾਂ ਸਮਾਨਾਂਤਰ ਹੋ ਜਾਂਦੀਆਂ। ਸੋ ਅਸੀਂ ਹੁਣ ਯਾਦ ਕੀ ਕਰਨਾ ਹੈ, ਜਾਂ ਡਾਇਗਰਾਮ ਬਣਾਉਣੀ ਹੈ। ਸੋ ਇਹ ਰੱਖੀ ਜੀ, ਪੈਰਲਲ ਆ ਰਹੀ ਹੈ, ਮਿਰਰ ਦੇ ਉੱਤੇ ਟਕਰਾਈ ਜਾਂ ਦਰਪਣ ਤੇ ਟਕਰਾਈ, ਕਿਹਦੇ ਪੈਰਲਲ ਸੀਗੀ, ਪ੍ਰਿੰਸੀਪਲ ਐਕਸਿਸ ਦੇ। ਨਿਕਲੇਗੀ ਕਿੱਥੋਂ ਹੁਣ ਵਾਪਸ, ਐਫ ਦੇ ਵਿੱਚੋਂ। ਕੀ ਹੋ ਗਿਆ ਇਹ, ਪੈਰਲਲ ਐਫ। ਦੂਸਰੀ ਕਿਰਨ ਵੀ ਕੀ ਹੈ, ਉਹ ਵੀ ਤੇ ਅਨੰਤ ਤੋਂ ਹੀ ਆ ਰਹੀ ਹੈ, ਤਾਂ ਉਹ ਕਿਹਦੇ ਪੈਰਲਲ ਹੈ, ਇਹਦੇ। ਮੈਂ ਮੰਨ ਲੈਣਾ ਇਸ ਜਗ੍ਹਾ ਦੇ ਉੱਤੇ ਇਹ ਹੁਣ ਟਕਰਾ ਕੇ ਵਾਪਸ ਜਾਏਗੀ। ਰੂਲ ਕੀ ਕਹਿੰਦਾ ਸਾਡਾ, ਪੈਰਲਲ ਐਫ, ਪੈਰਲਲ ਕਿਹਦੇ ਹੈ, ਪ੍ਰਿੰਸੀਪਲ ਐਕਸਿਸ ਦੇ। ਵਾਪਸ ਕਿੱਥੋਂ ਨਿਕਲੇਗੀ, ਐਫ ਚੋਂ। ਇਹ ਲਓ, ਜਿੱਥੋਂ ਇਹ ਦੋਨਾਂ ਨੇ ਕੱਟਿਆ ਉਸ ਜਗ੍ਹਾ ਦੇ ਉੱਤੇ ਇਮੇਜ ਬਣੇਗੀ। ਹੁਣ ਇਮੇਜ ਕਿੱਥੇ ਬਣੀ, ਕਿੱਥੇ ਕੱਟਿਆ ਉਹਨੇ, ਐਫ ਦੇ ਉੱਤੇ। ਤੇ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਕਿਰਨਾਂ ਅਨੰਤ ਤੋਂ ਚੱਲੀਆਂ ਤਾਂ ਇਮੇਜ ਕਿੱਥੇ ਬਣ ਜਾਂਦੀ ਹੈ ਵਸਤੂ ਦੀ, ਐਫ ਦੇ ਉੱਤੇ ਬਣਦੀ ਹੈ। ਔਰ ਵਸਤੂ ਦਾ ਇਮੇਜ ਦਾ ਸਾਈਜ਼ ਕੀ ਹੈ, ਪੁਆਇੰਟ ਸਾਈਜ਼ ਜਾਂ ਬਿੰਦੂ ਵਾਲਾ ਸਾਈਜ਼ ਕਵਾਂਗੇ ਇਸ ਨੂੰ। ਔਰ ਇਹ ਹੈ ਕੀ ਹੈ, ਬਿਲਕੁਲ ਵਾਸਤਵਿਕ ਪ੍ਰਤੀਬਿੰਬ ਹੈ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਪਹਿਲਾ ਕੇਸ ਤੁਹਾਨੂੰ ਬਿਲਕੁਲ ਸਮਝ ਆ ਗਿਆ ਹੋਵੇਗਾ। ਸੋ ਵਿਦਿਆਰਥੀਓ, ਹੁਣ ਅਸੀਂ ਦੂਸਰਾ ਕੇਸ ਡਿਸਕਸ ਕਰਾਂਗੇ। ਦੂਸਰੇ ਕੇਸ ਦੇ ਵਿੱਚ ਵਸਤੂ ਸਾਡੀ ਕਿੱਥੇ ਪਈ ਹੈ, ਸੀ ਤੋਂ ਪਰੇ, ਮਤਲਬ ਸੀ ਤੋਂ ਪਿਛਲੇ ਪਾਸੇ। ਇਹਦੇ ਵਾਸਤੇ ਅਸੀਂ ਰੇ ਡਾਇਗਰਾਮ ਬਣਾਉਣੀ ਹੈ। ਸ਼ਰਤਾਂ ਸਾਡੀਆਂ ਉਹੀ ਹਨ, 4 ਕਿਰਨਾਂ, ਉਹਨਾਂ ਵਿੱਚੋਂ 4 ਚੋਂ ਕੋਈ ਵੀ 2 ਵਰਤ ਲਓ। ਮੈਂ ਬੜਾ ਸਿੰਪਲ ਰੱਖਿਆ ਹੋਇਆ ਹੈ, ਪੈਰਲਲ ਐਫ ਤੇ ਐਫ ਪੈਰਲਲ। ਤੇ ਚਲੋ ਪਹਿਲੀ ਪੈਰਲਲ ਐਫ, ਵਸਤੂ ਕਿੱਥੇ ਹੈ, ਇਸ ਜਗ੍ਹਾ ਦੇ ਉੱਤੇ। ਇਹ ਏ ਬੀ। ਹੁਣ ਏ ਤੋਂ ਕਿਰਨ ਚੱਲੇਗੀ, ਕਿਸ ਦੇ ਪੈਰਲਲ ਹੈ, ਪ੍ਰਿੰਸੀਪਲ ਐਕਸਿਸ ਦੇ। ਹਾਂ, ਪਿਛਲੇ ਵੀਡੀਓ ਦੇ ਵਿੱਚ ਇੱਕ ਮੈਂ ਥੋੜੀ ਜਿਹੀ ਗਲਤੀ ਕਰ ਗਿਆ ਜਿਹੜੀ ਤੁਹਾਨੂੰ ਦੱਸ ਨਹੀਂ ਸਕਿਆ। ਤੁਸੀਂ ਧਿਆਨ ਰੱਖਣਾ ਹੈ ਕਿ ਜਦੋਂ ਇਹ ਕਿਰਨ ਇਸ ਤਰ੍ਹਾਂ ਚੱਲੇਗੀ ਤਾਂ ਇਸ ਦੇ ਉੱਤੇ ਇਸ ਤਰ੍ਹਾਂ ਨਿਸ਼ਾਨ ਵੀ ਪਾਉਣਾ ਹੈ ਤਾਂ ਕਿ ਪਤਾ ਲੱਗ ਜੇ ਕਿ ਇਹ ਕਿਰਨ ਦੀ ਦਿਸ਼ਾ ਇਸ ਤਰ੍ਹਾਂ ਦੀ ਹੈ। ਹੁਣ ਇਹ ਪੈਰਲਲ ਹੈ ਕਿਹਦੇ, ਪ੍ਰਿੰਸੀਪਲ ਐਕਸਿਸ ਦੇ। ਨਿਕਲੇਗੀ ਕਿੱਥੋਂ ਦੀ, ਐਫ ਤੋਂ। ਇਹ ਪਹਿਲੀ ਸ਼ਰਤ ਹੋ ਗਈ ਸਾਡੀ, ਪੈਰਲਲ ਐਫ। ਦੂਸਰੀ ਸ਼ਰਤ, ਐਫ ਪੈਰਲਲ। ਇੱਥੋਂ ਕਿਰਨ ਚੱਲੀ, ਕਿੱਥੋਂ ਨਿਕਲੀ, ਐਫ ਚੋਂ।
इस साइड ਨੂੰ वापस जाएगी टकरा के, परावर्तन होएगा। ਅਸੀਂ ਇਹਦੇ ਸਮਾਨਾਂਤਰ ਰੱਖਣੀ ਹੈ। ਇਹ ਲਓ, ਕੱਟੀ ਕਿੱਥੇ? ਇਸ ਬਿੰਦੂ ਦੇ ਉੱਤੇ। ਇਹ ਬਿੰਦੂ ਕਿਹਦੇ ਵਿਚਕਾਰ ਹੈ? ਸੀ ਔਰ ਐਫ ਦੇ ਵਿਚਕਾਰ ਹੈ। ਇਹਦਾ ਮਤਲਬ ਹੈ ਇਮੇਜ ਕਿੱਥੇ ਬਣੇਗੀ? ਸੀ ਔਰ ਐਫ ਦੇ ਵਿਚਕਾਰ। ਚਲੋ ਇਮੇਜ ਵੀ ਡਰਾ ਕਰ ਲਈਏ। ਇਹ ਕੀ ਬਣੀ ਹੈ? ਉਲਟੀ। ਇੱਥੇ ਬੀ ਹੈ, ਇਹ ਕੀ ਹੋ ਗਿਆ? ਏ। ਪਰ ਵਸਤੂ ਦਾ ਆਕਾਰ ਵੀ ਕੀ ਹੈ? ਵੱਡਾ ਹੈ। ਪ੍ਰਤੀਬਿੰਬ ਦਾ ਆਕਾਰ ਕੀ ਹੈ? ਛੋਟਾ। ਸੋ ਵਸਤੂ ਅਸੀਂ ਕਿੱਥੇ ਰੱਖੀ ਸੀਗੀ? ਸੀ ਤੋਂ ਪਿੱਛੇ। ਇਮੇਜ ਕਿੱਥੇ ਬਣੀ? ਸੀ ਔਰ ਐਫ ਦੇ ਵਿਚਕਾਰ। ਔਰ ਵਸਤੂ ਦੇ ਆਕਾਰ ਤੋਂ ਕੀ ਬਣੀ? ਉਹ ਛੋਟੀ। ਤੇ ਕੀ ਬਣੀ ਨਾਲ? ਉਲਟੀ। ਉਲਟਾ ਇਮੇਜ ਬਣਦਾ ਹੈ। ਇਹ ਸਾਡਾ ਦੂਸਰਾ ਕੇਸ ਸੀਗਾ। ਪਿਆਰੇ ਵਿਦਿਆਰਥੀਓ, ਹੁਣ ਤੱਕ ਅਸੀਂ ਰੇ ਡਾਇਗਰਾਮਸ ਦੇ ਸੰਬੰਧ ਦੇ ਵਿੱਚ 2 ਕੇਸ ਕਰ ਚੁੱਕੇ ਹਾਂ। ਪਹਿਲਾ ਕੀ ਸੀਗਾ ਕਿ ਵਸਤੂ ਜੇ ਅਨੰਤ ਤੇ ਪਈ ਹੋਵੇ ਤਾਂ ਉਸ ਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ। ਫਿਰ ਦੂਸਰਾ ਕੇਸ ਸੀਗਾ ਕਿ ਜਦੋਂ ਵਸਤੂ ਸੀ ਤੋਂ ਪਰਾਂ ਪਈ ਹੋਵੇ, ਭਾਵ ਸੀ ਤੋਂ ਪਿੱਛੇ ਪਈ ਹੋਵੇ, ਤਾਂ ਉਸ ਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ। ਹੁਣ ਅਸੀਂ ਤੀਸਰਾ ਕੇਸ ਡਿਸਕਸ ਕਰਾਂਗੇ। ਤੀਸਰੇ ਕੇਸ ਦੇ ਉੱਤੇ ਜੇ ਵਸਤੂ ਸੀ ਦੇ ਉੱਤੇ ਪਈ ਹੋਵੇ ਤਾਂ ਉਸ ਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ, ਅਸੀਂ ਇਹ ਦੇਖਾਂਗੇ। ਤੁਸੀਂ ਦੇਖ ਰਹੇ ਹੋ ਕਿ ਮੈਂ ਇਹ ਪਹਿਲੇ ਹੀ ਇੱਕ ਵਸਤੂ ਦਾ ਇਹ ਡਾਇਗਰਾਮ ਡਰਾ ਕਰਕੇ ਰੱਖੀ ਹੋਈ ਹੈ। ਇਹ ਸਾਡੀ ਵਸਤੂ ਹੈ A ਅਤੇ B। ਨਿਯਮ ਪਹਿਲਾ, ਪੈਰਲਲ F ਹੈ। ਦਿਸ਼ਾ ਇਸ ਸਾਈਡ ਨੂੰ, ਦਿਸ਼ਾ ਜ਼ਰੂਰ ਲਗਾਣੀ ਹੈ। ਫਿਰ ਕਿੱਥੋਂ ਨਿਕਲੀ? F ਦੇ ਵਿੱਚੋਂ। ਦਿਸ਼ਾ ਇਸ ਸਾਈਡ ਨੂੰ। ਹੁਣ ਦੂਸਰੀ ਕਿਰਨ ਹੈ, ਉਹ ਕਿੱਥੋਂ ਨਿਕਲੀ? F ਦੇ ਵਿੱਚੋਂ। ਇਸ ਦੀ ਦਿਸ਼ਾ ਇਹ ਵਾਲੀ, ਉੱਪਰੋਂ ਦੀ ਨੀਚੇ ਵੱਲ, ਔਰ ਟਕਰਾ ਕੇ ਫਿਰ ਇਹ ਵਾਪਸ ਗਈ। ਤਾਂ ਜੋ ਪਹਿਲੀ ਕਿਰਨ ਆ ਰਹੀ ਸੀ ਉਸ ਨੂੰ ਇਸ ਜਗ੍ਹਾ ਦੇ ਉੱਤੇ ਆ ਕੇ ਕੱਟਤਾ ਉਸਨੇ। ਤਾਂ ਇਹ ਹੋ ਗਿਆ ਸਾਡਾ A ਡੈਸ਼, ਇਹ ਸਾਡਾ ਹੋ ਗਿਆ B ਡੈਸ਼। ਜੇ ਅਸੀਂ ਇਸ ਤਰ੍ਹਾਂ ਮਿਲਾ ਦਈਏ ਤਾਂ ਇਹ। ਹੁਣ ਇਸ ਦਾ ਮਤਲਬ ਹੈ ਕਿ ਵਸਤੂ ਅਗਰ C ਦੇ ਉੱਤੇ ਰੱਖੀ ਹੋਵੇ ਤਾਂ ਉਸ ਦਾ ਪ੍ਰਤੀਬਿੰਬ ਵੀ ਕਿੱਥੇ ਬਣਦਾ ਹੈ? ਬਾਅਦ 'ਚ ਪਰਾਵਰਤਨ ਤੋਂ ਬਾਅਦ C ਦੇ ਉੱਤੇ ਹੀ ਬਣਦਾ ਹੈ। ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਆਕਾਰ ਦੀ ਵਸਤੂ ਹੈ ਉਨੇ ਹੀ ਆਕਾਰ ਦਾ ਉਸ ਦਾ ਪ੍ਰਤੀਬਿੰਬ ਵੀ ਹੈ। ਤੇ ਇੱਕ ਹੋਰ ਗੱਲ ਵੀ ਹੈ ਕਿ ਇਹ ਪ੍ਰਤੀਬਿੰਬ ਕੀ ਹੈ? ਵਾਸਤਵਿਕ ਹੈ ਅਤੇ ਕੀ ਹੈ? ਉਲਟਾ। ਤਾਂ ਇਸ ਦਾ ਮਤਲਬ ਹੈ ਕਿ C ਦੇ ਉੱਤੇ ਅਗਰ ਵਸਤੂ ਰੱਖੀ ਹੋਵੇ ਤਾਂ ਪ੍ਰਕਾਸ਼ ਦੇ ਪਰਾਵਰਤਨ ਤੋਂ ਬਾਅਦ ਉਹ ਪ੍ਰਤੀਬਿੰਬ ਮੁੜ ਕੇ ਕਿੱਥੇ ਬਣਦਾ ਹੈ? C ਦੇ ਉੱਤੇ ਹੀ, ਵਸਤੂ ਦੇ ਆਕਾਰ ਦੇ ਬਰਾਬਰ ਦਾ ਅਤੇ ਉਲਟਾ। ਪਿਆਰੇ ਵਿਦਿਆਰਥੀਓ, ਰੇਖਾ ਚਿੱਤਰਾਂ ਜਾਂ ਰੇ ਡਾਇਗਰਾਮਸ ਦੇ ਸੰਬੰਧ ਵਿੱਚ ਅਸੀਂ ਹਾਲੇ ਤੱਕ ਗੱਲ ਕਰ ਚੁੱਕੇ ਹਾਂ 3 ਕੇਸਾਂ ਦੇ ਬਾਰੇ। ਚਲੋ ਇੱਕ ਵਾਰੀ ਦੁਹਰਾਈਏ ਕਿ ਕੇਸ ਕਿਹੜੇ ਕਿਹੜੇ ਸਨ। ਯਾਦ ਕਰੋ ਹਾਂ ਜਰਾ। ਯਾਦ ਆਇਆ ਕੁਝ? ਪਹਿਲਾ ਕੇਸ ਕੀ ਸੀਗਾ ਕਿ ਜੇ ਵਸਤੂ ਅਨੰਤ ਤੇ ਪਈ ਹੋਵੇ ਤਾਂ ਉਸ ਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ। ਤਾਂ ਤੁਹਾਨੂੰ ਇੰਨਾ ਵੀ ਯਾਦ ਹੋਏਗਾ ਕਿ ਜੇ ਵਸਤੂ ਅਨੰਤ ਤੇ ਸੀਗੀ ਤਾਂ ਜਿਹੜੀਆਂ ਉਸ ਤੋਂ ਪ੍ਰਕਾਸ਼ ਦੀਆਂ ਕਿਰਨਾਂ ਆਉਂਦੀਆਂ ਹਨ ਉਹ ਪਹਿਲਾਂ ਹੀ ਕੀ ਹੋ ਜਾਂਦੀਆਂ ਹਨ? ਸਮਾਨਾਂਤਰ। ਫਿਰ ਅਸੀਂ ਇਹ ਵੀ ਦੁਹਰਾਈ ਕਰਕੇ ਰੱਖਣਾ ਹੈ ਕਿ ਜਦੋਂ ਵਸਤੂ C ਤੋਂ ਪਰਾਂ ਪਈ ਹੋਵੇ ਤਾਂ ਫਿਰ ਵਸਤੂ ਦਾ ਪ੍ਰਤੀਬਿੰਬ ਕਿੱਥੇ ਬਣਿਆ ਸੀਗਾ। ਫਿਰ ਅਸੀਂ ਤੀਸਰੇ ਕੇਸ ਦੇ ਉੱਤੇ ਗੱਲ ਕੀਤੀ ਜਦੋਂ, ਤਾਂ ਉਦੋਂ ਵਸਤੂ ਕਿੱਥੇ ਸੀਗੀ? C ਦੇ ਉੱਤੇ ਹੀ। ਤਾਂ ਉਹ ਵੀ ਯਾਦ ਕਰੋ ਆਪਣੇ ਦਿਮਾਗ ਦੇ ਵਿੱਚ, ਦੁਹਰਾ ਲਓ ਇੱਕ ਵਾਰੀ, ਚਿੱਤਰ ਲਿਆਓ ਆਪਣੇ ਦਿਮਾਗ ਦੇ ਵਿੱਚ, ਇਮੈਜੀਨੇਸ਼ਨ ਦੇ ਵਿੱਚ, ਕਿ
ਸੀ ਦੇ ਉੱਤੇ ਜਦੋਂ ਵਸਤੂ ਰੱਖੀ ਸੀ ਤਾਂ ਉਸ ਦਾ ਬਿੰਬ ਜਾਂ ਪ੍ਰਤੀਬਿੰਬ ਕਿੱਥੇ ਬਣਿਆ ਸੀ। ਤੇ ਨਾਲ ਹੀ ਇੱਕ ਹੋਰ ਗੱਲ ਵੀ ਹੈ ਕਿ ਇਹ ਪ੍ਰਤੀਬਿੰਬ ਸਾਰੇ ਦੇ ਸਾਰੇ ਵਾਸਤਵਿਕ ਹਨ ਅਤੇ ਉਲਟੇ ਵੀ ਹਨ। ਜਿਵੇਂ ਜਿਵੇਂ ਤੁਸੀਂ ਇਹਨਾਂ ਰੇਖਾ ਚਿੱਤਰਾਂ ਨੂੰ ਸਮਝਦੇ ਜਾਓਗੇ ਤੁਹਾਨੂੰ ਪ੍ਰਕਾਸ਼ ਦੇ ਇਸ ਪਾਠ ਦੇ ਸੰਬੰਧ ਵਿੱਚ ਆਸਾਨੀ ਹੁੰਦੀ ਜਾਵੇਗੀ। ਹੁਣ ਅਸੀਂ ਚੌਥੇ ਕੇਸ ਦੇ ਬਾਰੇ ਗੱਲ ਕਰਾਂਗੇ। ਤੇ ਉਹ ਸਾਡੇ ਸਾਹਮਣੇ ਆਵੇਗਾ ਚੌਥਾ ਕੇਸ। ਚੌਥੇ ਕੇਸ ਦੇ ਵਿੱਚ ਵਸਤੂ ਕਿੱਥੇ ਹੋਏਗੀ? ਇਹ ਸਾਡਾ C ਹੈ, ਇਹ F ਹੈ, ਇਹ P ਹੈ। C ਤੋਂ ਪਿੱਛੇ ਵਾਲਾ ਵੀ ਹੋ ਗਿਆ। ਹੁਣ C ਔਰ F ਦੇ ਵਿਚਕਾਰ, ਇਹ ਸੈਂਟਰ ਆਫ ਕਰਵੇਚਰ ਔਰ F ਦੇ ਵਿਚਕਾਰ ਵਸਤੂ ਅਸੀਂ ਰੱਖ ਲਾਂਗੇ। ਚਲੋ ਰੱਖ ਕੇ ਦੇਖੀਏ। ਇਹ ਹੈ ਵਸਤੂ ਦਾ ਨਾਮ A B। ਹੁਣ ਫੇਰ ਉਹੀ ਰੂਲ, ਪੈਰਲਲ F। ਇਹ ਰੇਖਾ ਕਿਰਨ ਦੀ ਡਾਇਰੈਕਸ਼ਨ, ਪ੍ਰਕਾਸ਼ ਦੀ ਕਿਰਨ ਦੀ। ਵਸਤੂ ਕਿੱਥੋਂ ਨਿਕਲੀ, ਕਿਰਨ ਕਿੱਥੋਂ ਨਿਕਲੀ ਪਰਾਵਰਤਨ ਤੋਂ ਬਾਅਦ? F ਦੇ ਵਿੱਚੋਂ। ਬਾਰ-ਬਾਰ ਮੈਂ ਦੁਹਰਾ ਰਿਹਾ ਹਾਂ, ਪੈਰਲਲ F। ਪੈਰਲਲ ਕਿਹਦੇ ਹੈ? ਪ੍ਰਿੰਸੀਪਲ ਐਕਸਿਸ ਦੇ। ਹੁਣ ਦੂਸਰੀ ਕਿਰਨ F ਦੇ ਵਿੱਚੋਂ ਨਿਕਲੇਗੀ। ਉਸ ਤੋਂ ਬਾਅਦ ਕੀ ਹੋ ਜਾਏਗੀ? ਪੈਰਲਲ ਕਿਹਦੇ? ਪ੍ਰਿੰਸੀਪਲ ਐਕਸਿਸ ਦੇ। ਹਮੇਸ਼ਾ ਪ੍ਰਿੰਸੀਪਲ ਐਕਸਿਸ ਦੇ ਹੀ ਪੈਰਲਲ ਹੋਣਾ ਉਹਨੇ। ਇਹ ਦੇਖ ਲਓ, ਡਾਇਰੈਕਸ਼ਨ ਇਹ ਸੀ, ਇਹ ਔਰ ਟਕਰਾਉਣ ਤੋਂ ਬਾਅਦ ਇੱਧਰ ਨੂੰ। ਹੁਣ ਉੱਪਰ ਵਾਲੇ ਨਾਲ ਮਿਲਾ ਦਿਓ ਇਸ ਨੂੰ। ਇੱਥੇ ਕੀ ਹੋ ਗਿਆ? B ਡੈਸ਼। ਇਹ ਕੀ ਹੋ ਗਿਆ? A ਡੈਸ਼। ਇਸ ਦਾ ਮਤਲਬ ਵਸਤੂ ਕੀ ਬਣ ਗਈ? ਵਸਤੂ ਦਾ ਇਮੇਜ ਕੀ ਬਣ ਗਿਆ? ਉਲਟਾ। ਤੇ ਨਾਲ ਕੀ ਹੈ? ਵਾਸਤਵਿਕ ਹੈ। ਲੇਕਿਨ ਵਸਤੂ ਤੋਂ ਆਕਾਰ ਤੋਂ ਕੀ ਹੈ? ਵੱਡਾ ਹੈ। ਔਰ C ਤੋਂ ਕੀ ਬਣਿਆ ਹੈ? ਪਰਾ ਬਣਿਆ ਹੈ। ਇਸ ਦਾ ਮਤਲਬ ਹੋ ਗਿਆ ਜੇ ਵਸਤੂ C ਔਰ F ਦੇ ਵਿਚਕਾਰ ਰੱਖੀ ਹੈ ਤਾਂ ਪ੍ਰਤੀਬਿੰਬ C ਤੋਂ ਪਰਾ ਬਣਦਾ ਹੈ, ਉਲਟਾ ਬਣਦਾ ਹੈ ਅਤੇ ਕੀ ਬਣਦਾ ਹੈ? ਵਸਤੂ ਦੇ ਆਕਾਰ ਤੋਂ ਵੱਡਾ ਅਤੇ ਵਾਸਤਵਿਕ। ਰੇਖਾ ਚਿੱਤਰਾਂ ਜਾਂ ਰੇ ਡਾਇਗਰਾਮ ਦੇ ਸੰਬੰਧ ਵਿੱਚ ਹੁਣ ਵਸਤੂ ਦੀ ਸਥਿਤੀ ਹੈ ਪੰਜਵੀਂ ਰੇ ਡਾਇਗਰਾਮ ਸਾਡੀ। ਵਸਤੂ ਕਿੱਥੇ ਹੈ? F ਦੇ ਉੱਤੇ। ਸੋ ਦੇਖਦੇ ਹਾਂ ਕਿ ਵਸਤੂ ਅਗਰ F ਦੇ ਉੱਤੇ ਹੋਵੇ ਤਾਂ ਇਮੇਜ ਕਿਸ ਤਰ੍ਹਾਂ ਬਣਦੀ ਹੈ। ਇਹ ਵਸਤੂ ਹੋ ਗਈ A ਤੇ B। ਪਹਿਲਾ ਨਿਯਮ F ਪੈਰਲਲ। ਵਸਤੂ ਉੱਪਰ ਵੱਲ ਹੈ, ਪ੍ਰਕਾਸ਼ ਦੀ ਕਿਰਨ ਇੱਧਰ ਨੂੰ ਗਈ, ਕਿੱਥੋਂ ਵਾਪਸ ਆਏਗੀ? ਫੋਕਸ ਦੇ ਵਿੱਚੋਂ, F ਦੇ ਵਿੱਚੋਂ। ਪਹਿਲਾ ਰੂਲ ਕੀ ਹੋ ਗਿਆ? ਪੈਰਲਲ F। ਪੈਰਲਲ ਹੋ ਗਈ ਤੇ F ਦੇ ਵਿੱਚੋਂ ਨਿਕਲ ਗਈ। ਲੇਕਿਨ ਹੁਣ ਇੱਥੇ ਆ ਕੇ ਥੋੜਾ ਜਿਹਾ ਸਾਡਾ ਪੇਚ ਫਸ ਗਿਆ। ਅਸੀਂ ਹਾਲੇ ਤੱਕ ਤਾਂ ਯੂਜ਼ ਕਰਦੇ ਰਹੇ ਦੂਸਰਾ ਨਿਯਮ ਕਿ F ਪੈਰਲਲ। ਹੁਣ ਇੱਥੇ ਕਿਰਨ F ਦੇ ਵਿੱਚੋਂ ਕਿੱਥੋਂ ਕੱਢੀਏ? ਫਿਰ ਇੱਥੇ ਅਸੀਂ ਇੱਕ ਹੋਰ ਕੋਈ ਰੂਲ ਲੈ ਲੈਂਦੇ ਹਾਂ। ਮੈਂ ਨਿਯਮ ਲੈ ਰਿਹਾ ਕਿ C ਦੇ ਵਿੱਚੋਂ ਲੰਘੇ ਤਾਂ ਫਿਰ ਪਰਿਵਰਤਨ ਹੋਣ ਤੋਂ ਬਾਅਦ ਫਿਰ C ਦੇ ਵਿੱਚੋਂ ਹੀ ਵਾਪਸ ਚਲੀ ਜਾਂਦੀ ਹੈ। ਇਹ ਸਾਡਾ C ਹੈ। ਕਿਰਨ ਇੱਧਰ ਨੂੰ ਗਈ, ਫਿਰ ਟਕਰਾ ਕੇ ਵਾਪਸ ਆਈ ਤਾਂ ਮੁੜ ਕੇ ਕਿੱਥੋਂ ਨਿਕਲੇਗੀ? C ਦੇ ਵਿੱਚੋਂ ਹੀ ਨਿਕਲੇਗੀ। ਭਾਵ ਇਸ ਤਰ੍ਹਾਂ ਗਈ ਫਿਰ ਵਾਪਸ ਆ ਗਈ। ਹੁਣ ਤੁਸੀਂ ਦੇਖਿਆ ਕਿ ਇਹ ਕਿਰਨਾਂ ਟਕਰਾਉਣ ਤੋਂ ਬਾਅਦ ਵਾਪਸ ਆ ਗਈਆਂ। ਇਸ ਦਾ ਮਤਲਬ ਹੈ ਇਸ ਦਾ ਇਮੇਜ ਕਿੱਥੇ ਬਣੇਗਾ? ਹੁਣ ਅਨੰਤ ਦੇ ਉੱਤੇ। ਵਸਤੂ ਤੋਂ ਬਹੁਤ ਵੱਡਾ ਹੋਏਗਾ। ਤੁਹਾਨੂੰ ਇੱਕ ਅੱਛਾ ਪਹਿਲਾ ਕੇਸ ਵੀ ਯਾਦ ਕਰੋ ਕਿ ਵਸਤੂ ਅਨੰਤ ਦੇ ਉੱਤੇ ਪਈ ਹੋਈ ਸੀਗੀ ਤਾਂ ਪ੍ਰਤੀਬਿੰਬ ਕਿੱਥੇ ਬਣਿਆ ਸੀਗਾ? ਫੋਕਸ ਦੇ ਉੱਤੇ। ਹੁਣ ਵਸਤੂ F ਦੇ ਉੱਤੇ ਪਈ ਹੋਈ ਹੈ, ਫੋਕਸ ਦੇ ਉੱਤੇ ਪਈ ਹੋਈ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣ ਰਿਹਾ ਹੈ? ਅਨੰਤ ਤੇ।
ਵਸਤੂ ਫੋਕਸ ਦੇ ਸੌਰੀ ਵਸਤੂ ਅਨੰਤ ਤੇ ਤਾਂ ਇਮੇਜ ਕਿੱਥੇ ਫੋਕਸ ਦੇ ਉੱਤੇ, ਵਸਤੂ ਫੋਕਸ ਦੇ ਉੱਤੇ ਤੇ ਇਮੇਜ ਕਿੱਥੇ ਅਨੰਤ ਤੇ, ਵੱਡੀ ਤੇ ਬਹੁਤ ਵੱਡੀ ਉਸ ਨਾਲੋਂ, ਤੇ ਵਾਸਤਵਿਕ ਅਤੇ ਉਲਟੀ। ਪਿਆਰੇ ਵਿਦਿਆਰਥੀਓ, ਹੁਣ ਰੇ ਡਾਇਗਰਾਮ ਦੇ ਸੰਬੰਧ ਦੇ ਵਿੱਚ ਸਾਡਾ ਇਹ ਆਖਰੀ ਕੇਸ ਹੈ ਜਾਂ ਆਖਰੀ ਸਥਿਤੀ ਹੈ। ਪਹਿਲੀਆਂ 5 ਸਥਿਤੀਆਂ ਸਮਝ ਆ ਗਈਆਂ ਹੋਣੀਆਂ ਤੁਹਾਨੂੰ। ਹੁਣ ਇਹ ਲਾਸਟ ਸਥਿਤੀ ਹੈ। ਲਾਸਟ ਸਥਿਤੀ ਦੇ ਵਿੱਚ ਅਸੀਂ ਦੇਖਣਾ ਹੈ ਕਿ ਜੇ ਵਸਤੂ F ਅਤੇ P ਦੇ ਵਿਚਕਾਰ ਪਈ ਹੋਵੇ ਤਾਂ ਉਸ ਦੀ ਇਮੇਜ ਕਿੱਥੇ ਬਣਦੀ ਹੈ। ਇਸ ਤੋਂ ਪਹਿਲੇ ਵੀ ਮੈਂ ਇੱਕ ਤੁਹਾਨੂੰ ਛੋਟੀ ਜੀ ਸਾਵਧਾਨੀ ਵੀ ਦੱਸ ਦਿਆਂ ਇਹਦੇ ਬਾਰੇ। ਤੁਸੀਂ ਦੇਖ ਰਹੇ ਹੋ ਕਿ ਕਾਗਜ਼ ਨੂੰ ਮੈਂ ਇਸ ਤਰ੍ਹਾਂ ਰੱਖ ਲਿਆ। ਤੁਸੀਂ ਵੀ ਜਦੋਂ ਇਹ ਡਾਇਗਰਾਮ ਬਣਾਉਣੀ ਹੈ ਤਾਂ ਥੋੜਾ ਧਿਆਨ ਰੱਖਣਾ ਹੈ ਔਰ ਵਸਤੂ ਨੂੰ F ਔਰ P ਦੇ ਵਿਚਕਾਰ ਜਦੋਂ ਰੱਖਣਾ ਹੈ ਤਾਂ ਅੱਧ ਜੇ ਵਿਚਕਾਰ ਰੱਖਿਓ ਤਾਂ ਕਿ ਤੁਹਾਨੂੰ ਇਮੇਜ ਬਣਾਉਣ ਲੱਗਿਆਂ ਕੋਈ ਮੁਸ਼ਕਲ ਪੇਸ਼ ਨਾ ਆਵੇ। ਵੈਸੇ ਤਾਂ ਤੁਸੀਂ ਵਸਤੂ ਨੂੰ ਜਿੱਥੇ ਮਰਜ਼ੀ ਰੱਖ ਲਓ, ਇਮੇਜ ਬਣ ਜਾਏਗੀ, ਲੇਕਿਨ ਜਦੋਂ ਅਸੀਂ ਇਹਨਾਂ ਕਿਰਨਾਂ ਨੂੰ ਪਿੱਛੇ ਵੱਲ ਵਧਾਉਂਦੇ ਹਾਂ ਤਾਂ ਉਹਨਾਂ ਨੂੰ ਮਿਲਾਉਣ ਲੱਗਿਆਂ ਮੁਸ਼ਕਿਲ ਆਉਂਦੀ ਹੈ। ਇਸ ਲਈ ਮੇਰੀ ਸਲਾਹ ਹੈ ਕਿ ਇਹ ਜਿਹੜੀ ਵਸਤੂ ਹੈ A ਤੇ B, ਇਸ ਨੂੰ ਕਿਤੇ ਅੱਧ ਵਿਚਕਾਰ ਜਿਹਾ ਰੱਖ ਲਿਆ ਜਾਵੇ। ਸੋ ਹੁਣ ਵਸਤੂ ਰੱਖੀ ਹੋਈ ਹੈ, ਅਸੀਂ ਇਹ ਡਾਰਕ ਕਰ ਦੇਣਾ ਇਹਨੂੰ ਮੈਂ ਥੋੜਾ ਜਿਹਾ। ਇਹ ਦੇਖੋ, ਇਹ A, ਇਹ B, ਦਿਸ਼ਾ ਉੱਪਰ ਵੱਲ। ਪਹਿਲਾ ਰੂਲ ਮੇਰਾ ਚੇਂਜ ਨਹੀਂ ਹੋਇਆ। ਕਿਹੜਾ ਸੀਗਾ? F ਪੈਰਲਲ। ਸੌਰੀ, ਪਹਿਲਾ ਰੂਲ ਕਿਹੜਾ ਸੀਗਾ? ਪੈਰਲਲ F। ਸੋ ਪੈਰਲਲ ਅਸੀਂ ਇਸੇ ਤਰ੍ਹਾਂ ਕਰ ਲਿਆ। ਕਿਹਦੇ ਪੈਰਲਲ ਕਰ ਲਿਆ? ਪ੍ਰਿੰਸੀਪਲ ਐਕਸਿਸ ਦੇ। ਪ੍ਰਿੰਸੀਪਲ ਐਕਸਿਸ ਦੇ ਪੈਰਲਲ ਕੀਤਾ ਤਾਂ ਕਿੱਥੋਂ ਨਿਕਲੇਗੀ ਉਹ ਟਕਰਾਉਣ ਤੋਂ ਬਾਅਦ? ਇਹ ਇੱਧਰ ਨੂੰ, ਭਾਵ ਇੱਧਰ ਨੂੰ ਗਈ, ਇਸ ਸਾਈਡ ਨੂੰ ਗਈ, ਦਰਪਣ ਦੇ ਉੱਤੇ ਟਕਰਾਈ, ਪ੍ਰਕਾਸ਼ ਦਾ ਪਰਾਵਰਤਨ ਹੋਇਆ, ਵਾਪਸ ਆ ਗਈ ਤੇ ਵਾਪਸ ਆਉਂਦੇ ਹੋਏ ਕਿੱਥੋਂ ਲੰਘੀ? F ਦੇ ਵਿੱਚੋਂ ਦੀ। ਹੁਣ ਅਸੀਂ ਦੂਸਰੀ ਕਿਰਨ ਲੈਣੀ ਹੈ। ਹੁਣ ਇਸ ਦੇ ਵਿੱਚ ਅਸੀਂ ਦੂਸਰੀ ਕਿਰਨ ਫਿਰ ਉਸੇ ਤਰ੍ਹਾਂ ਹੀ ਲੈਣੀ ਹੈ ਕਿ ਇਹ ਕਿਰਨ C ਦੇ ਵਿੱਚੋਂ ਨਿਕਲਦੀ ਹੋਈ ਜਾਏਗੀ। ਜੇ ਇਸ ਤਰ੍ਹਾਂ, ਇਹ ਦੇਖੋ, ਇੱਥੇ ਟਕਰਾਉਂਦੀ ਹੈ ਤਾਂ ਟਕਰਾਉਣ ਤੋਂ ਬਾਅਦ ਵਾਪਸ ਆਉਂਦੀ ਹੈ ਤੇ ਕਿੱਥੋਂ ਨਿਕਲੇਗੀ? ਇਹ C ਦੇ ਵਿੱਚੋਂ। ਹੁਣ ਇਹ ਪਿੱਛੇ ਵੱਲ ਇਸ ਸਾਈਡ ਤੱਕ ਕਿਤੇ ਮਿਲ ਨਹੀਂ ਰਹੀਆਂ ਤੇ ਅਸੀਂ ਕੀ ਕਰਨਾ ਹੈ? ਇਹ ਜਿਹੜੇ ਦਰਪਣ ਦੇ ਹੁਣ ਪਿਛਲੇ ਪਾਸੇ ਚਲੇ ਜਾਣਾ। ਦਰਪਣ ਦੇ ਨਹੀਂ, ਮਤਲਬ ਕਾਗਜ਼ ਦੇ ਜਿਹਦਾ ਅਸੀਂ ਜਿੱਥੇ ਡਾਇਗਰਾਮ ਡਰਾ ਕਰ ਰਹੇ ਹਾਂ, ਇਹਨੂੰ ਥੋੜਾ ਥੋੜਾ ਡਾਟਡ ਲਾਈਨ ਦੇ ਨਾਲ ਵਧਾਉਣਾ ਹੈ ਤੇ ਇਸ ਨੀਚੇ ਵਾਲੀ ਲਾਈਨ ਨੂੰ ਵੀ ਡਾਟਡ ਲਾਈਨ ਦੇ ਨਾਲ ਵਧਾਉਣਾ ਹੈ। ਤੁਸੀਂ ਦੇਖ ਰਹੇ ਹੋ ਕਿ ਇੱਥੇ ਆ ਕੇ ਇਹ ਕੱਟ ਗਈਆਂ। ਜਿੱਥੇ ਇਹ ਕੱਟ ਗਈਆਂ ਉੱਥੇ ਸਾਡੀ ਡਾਇਗਰਾਮ ਬਣ ਜਾਏਗੀ। ਇਹ A ਡੈਸ਼ ਤੇ B ਡੈਸ਼। ਪਰ ਤੁਸੀਂ ਧਿਆਨ ਨਾਲ ਦੇਖਿਆ, ਹਾਲੇ ਤੱਕ ਅਸੀਂ ਜਿੰਨੀਆਂ ਵੀ ਡਾਇਗਰਾਮਸ ਬਣਾਈਆਂ ਤਾਂ ਉਹਨਾਂ ਦੇ ਵਿੱਚ ਪ੍ਰਤੀਬਿੰਬ ਦੀ ਸਥਿਤੀ ਵਾਸਤਵਿਕ ਸੀਗੀ ਤੇ ਉਲਟੀ ਸੀਗੀ। ਆਕਾਰ ਭਾਵੇਂ ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਲੇਕਿਨ ਸਾਰੇ ਵਾਸਤਵਿਕ ਸਨ ਔਰ ਉਲਟੇ ਸਨ। ਲੇਕਿਨ ਇਸ ਦੇ ਵਿੱਚ ਕੀ ਹੋਇਆ? ਇੱਕ ਤਾਂ ਦਰਪਣ ਤੋਂ ਪਿਛਲੇ ਪਾਸੇ ਬਣੇ, ਦੂਸਰਾ ਵਸਤੂ ਸਿੱਧੀ ਸੀਗੀ ਤਾਂ ਪ੍ਰਤੀਬਿੰਬ ਦਾ ਆਕਾਰ ਵੀ ਸਿੱਧਾ ਹੈ। ਵਸਤੂ ਛੋਟੀ ਸੀਗੀ ਤਾਂ ਪ੍ਰਤੀਬਿੰਬ ਦਾ ਆਕਾਰ ਵਸਤੂ ਤੋਂ ਵੱਡਾ ਹੈ। ਇਸ ਦਾ ਮਤਲਬ ਇਹ ਹੈ ਕਿ ਅਗਰ ਵਸਤੂ F ਔਰ P ਦੇ ਵਿਚਕਾਰ ਹੋਵੇ ਤਾਂ ਉਸ ਦਾ ਪ੍ਰਤੀਬਿੰਬ ਦਰਪਣ ਦੇ ਪਿਛਲੇ ਪਾਸੇ ਬਣਦਾ ਹੈ, ਆਭਾਸੀ ਹੁੰਦਾ ਹੈ, ਸਿੱਧਾ ਹੁੰਦਾ ਹੈ ਔਰ ਵਸਤੂ ਦੇ ਆਕਾਰ ਤੋਂ ਵੱਡਾ ਹੁੰਦਾ ਹੈ। ਸੋ ਪਿਆਰੇ ਵਿਦਿਆਰਥੀਓ, ਰੇ ਡਾਇਗਰਾਮ ਜਾਂ ਰੇਖਾ ਚਿੱਤਰਾਂ ਦੇ ਵਿੱਚ ਇਹ ਸਨ ਵਸਤੂਆਂ ਦੀਆਂ 6 ਸਥਿਤੀਆਂ ਅਤੇ ਉਹਨਾਂ ਦੇ ਬਣੇ ਹੋਏ ਪ੍ਰਤੀਬਿੰਬਾਂ ਦੀਆਂ ਵੀ 6 ਸਥਿਤੀਆਂ। ਮੈਨੂੰ ਉਮੀਦ ਹੈ ਕਿ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਮੈਂ ਇੱਥੇ ਸ਼ਬਦ ਵਰਤ ਰਿਹਾ, ਸਮਝ ਲਿਆ ਹੋਵੇਗਾ। ਹਮੇਸ਼ਾ ਯਾਦ ਰੱਖਿਓ, ਵਿਗਿਆਨ ਸਮਝਣ ਦੀ ਗੱਲ ਹੈ। ਜੇ ਸਮਝ ਲਓਗੇ ਤਾਂ ਆਸਾਨੀ ਰਹੇਗੀ, ਪਰ ਜੇ ਯਾਦ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਰੇ ਡਾਇਗਰਾਮਸ ਯਾਦ ਨਹੀਂ ਹੋਣਗੀਆਂ ਤੁਹਾਨੂੰ। ਫਿਰ ਤੁੱਕਾ ਲਗਾਓਗੇ, ਰੱਟਾ ਲਗਾਓਗੇ ਔਰ ਜਦੋਂ ਐਗਜ਼ਾਮ ਦੇ ਵਿੱਚ ਕੋਈ ਪ੍ਰਸ਼ਨ ਆਏਗਾ ਭੁੱਲ ਜਾਓਗੇ।
ਸੋ ਮੇਰੀ ਇੱਕ ਬੇਨਤੀ ਹੈ ਮੁੜ ਕੇ ਤੁਹਾਨੂੰ ਕਿ ਇਹਨੂੰ ਚੰਗੀ ਤਰ੍ਹਾਂ ਸਮਝੋ, ਬਾਰ-ਬਾਰ ਦੁਹਰਾਓ। ਜਿਹੜੇ ਕੋਈ 4 ਨਿਯਮ ਵੀ ਦੱਸੇ ਹਨ ਤੁਹਾਨੂੰ ਰੇਖਾਵਾਂ ਦੇ ਸੰਬੰਧ ਦੇ ਵਿੱਚ, ਪੈਰਲਲ ਐਫ ਪੈਰਲਲ ਜੇ ਸੀ ਦੇ ਵਿੱਚੋਂ ਨਿਕਲਦੀ ਹੈ ਤਾਂ ਉਸੇ ਤਰ੍ਹਾਂ ਹੀ ਵਾਪਸ ਚਲੀ ਜਾਂਦੀ ਹੈ, ਜੇ ਪੀ ਦੇ ਉੱਤੇ ਟਕਰਾਉਂਦੀ ਹੈ ਤਾਂ ਵਾਪਸ ਜਦੋਂ ਟਕਰਾ ਕੇ ਪਰਾਵਰਤਨ ਹੁੰਦਾ ਹੈ ਤਾਂ ਉਸੇ ਐਂਗਲ ਦੇ ਉੱਤੇ ਹੁੰਦਾ ਹੈ। ਐਂਗਲ ਆਈ ਤੇ ਆਰ ਅਸੀਂ 6ਵੀਂ ਕਲਾਸ ਤੋਂ ਪੜ੍ਹਨਾ ਸ਼ੁਰੂ ਕੀਤਾ, 7ਵੀਂ 'ਚੋਂ ਪੜ੍ਹਨਾ ਸ਼ੁਰੂ ਕੀਤਾ, 8ਵੀਂ 'ਚ ਪੜ੍ਹਿਆ। ਕਈ ਵਾਰ ਸਾਨੂੰ ਲੱਗਦਾ ਕਿ ਅਸੀਂ ਬਾਰ-ਬਾਰ ਪੜ੍ਹ ਕਿਉਂ ਰਹੇ ਹਾਂ, ਤੇ ਸਾਰੇ ਨਿਯਮ ਕਿਤੇ ਨਾ ਕਿਤੇ ਆ ਕੇ ਰੇਖਾ ਚਿੱਤਰਾਂ ਦੇ ਵਿੱਚ ਵੀ ਲੱਗਦੇ ਨੇ। ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਰੇਖਾ ਚਿੱਤਰਾਂ ਨੂੰ ਬਾਰ-ਬਾਰ ਇਹਨਾਂ ਛੁੱਟੀਆਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਦੁਹਰਾਉਣਾ ਹੈ ਤਾਂ ਕਿ ਤੁਹਾਨੂੰ ਪ੍ਰੀਖਿਆ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਪੇਸ਼ ਨਾ ਆਵੇ।